आम आदमी पार्टी के ਜਿਹੜੇ ਲੀਡਰ ਨਜਾਇਜ਼ ਮਾਈਨਿੰਗ ਨੂੰ ਮੁੱਦਾ ਬਣਾ ਕੇ ਲੋਕਾਂ ਦੀਆਂ ਵੋਟਾਂ ਲੈ ਕੇ ਸੱਤਾ ਵਿੱਚ ਆਏ ਨੇ ਤੇ ਉਹ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨਜਾਇਜ਼ ਮਾਈਨਿੰਗ ਦੇ ਮੁੱਦੇ ਤੇ ਘਿਰਦੀ ਨਜ਼ਰ ਆ ਰਹੀ ਹੈ। ਜ਼ਿਲ੍ਹਾ ਰੂਪਨਗਰ ਦੇ ਵਸਨੀਕ ਬਚਿੱਤਰ ਸਿੰਘ ਚਟਾਣਾ ਨੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਇੱਕ ਸ਼ਿਕਾਇਤ ਦਰਜ ਕੀਤੀ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਆਮ ਆਦਮੀ ਪਾਰਟੀ ਵੀ ਕਾਂਗਰਸ ਦੀ ਤਰ੍ਹਾਂ ਪੰਜਾਬ ਦੇ ਵਿੱਚ ਨਜਾਇਜ਼ ਮਾਈਨਿੰਗ ਦੇ ਰਾਹ ਤੇ ਚੱਲ ਪਈ ਹੈ। ਬਚਿੱਤਰ ਸਿੰਘ ਚਟਾਣਾ ਉਹ ਸ਼ਖਸ ਹੈ ਜਿਸ ਨੇ ਕਾਂਗਰਸ ਸਰਕਾਰ ਦੇ ਸਮੇਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਨਜਾਇਜ਼ ਮਾਈਨਿੰਗ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਸੀ ਤੇ ਉਸ ਦੀ ਸ਼ਿਕਾਇਤ ਤੋਂ ਬਾਅਦ ਅਦਾਲਤ ਵੱਲੋਂ ਸੀਬੀਆਈ ਦੀ ਜਾਂਚ ਦੇ ਹੁਕਮ ਦਿੱਤੇ ਗਏ ਸੀ, ਪਰੰਤੂ ਸੂਬਾ ਸਰਕਾਰ ਵੱਲੋਂ ਉਸ ਸਮੇਂ ਦੀਆਂ ਜਾਂਚ ਨੂੰ ਪ੍ਰਵਾਨਗੀ ਨਹੀਂ ਦਿੱਤੀ ਅਤੇ ਹੁਣ ਤੱਕ ਸੀਬੀਆਈ ਦੀ ਰਿਪੋਰਟ ਲਿਫਾਫੇ ਵਿੱਚ ਬੰਦ ਪਈ ਹੈ। ਸਾਡੀ ਟੀਮ ਤੋਂ ਨਜਾਇਜ਼ ਮਾਈਨਿੰਗ ਦੇ ਮੁੱਦੇ ਤੇ ਬਚਿੱਤਰ ਸਿੰਘ ਚਟਾਣਾ ਦੇ ਨਾਲ ਖਾਸ ਗੱਲਬਾਤ ਕੀਤੀ ਤਾਂ ਉਹਨਾਂ ਬਚਿੱਤਰ ਸਿੰਘ ਚਟਾਣਾ ਨੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਆਪ ਦੀ ਸਰਕਾਰ ਖਿਲਾਫ ਕੀ ਕੁਝ ਦੋਸ਼ ਲਗਾਏ ਨੇ। ਆਓ ਸੁਣਦੇ ਹਾਂ। ਰੂਪਨਗਰ ਤੋਂ ਸੱਜਣ ਸਿੰਘ ਸੈਣੀ ਦੀ ਜ਼ੀਰੋ ਲਾਈਨ ਟੀਵੀ ਦੇ ਲਈ ਰਿਪੋर्ट। सर मैं बचिੱਤਰ ਸਿੰਘ ਚਟਾਣਾ सर नजायज़ माइनिंग के मामले ਨੂੰ ਲੈ ਕੇ ਕੀ ਕੁਝ ਕਿੱਥੇ ਗਏ ਹੋ ਤੁਸੀਂ, ਕੀ ਸਾਰਾ ਮਾਮਲਾ ਕਿਹੜੀ ਸਰਕਾਰ ਦੇ ਖਿਲਾਫ? ਵੀਰ ਜੀ ਨਜਾਇਜ਼ ਮਾਈਨਿੰਗ ਨੂੰ ਲੈ ਕੇ ਤਾਂ ਮੈਂ ਅੱਜ ਤੋਂ 4-5 ਸਾਲ ਤੋਂ ਮਾਈਨਿੰਗ ਦੇ ਖਿਲਾਫ ਲੜਦਾ ਆ ਰਿਹਾ ਹਾਂ, ਲੇਕਿਨ ਇਲੈਕਸ਼ਨਾਂ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੇ ਖਿਲਾਫ ਵੀ ਹਾਈ ਕੋਰਟ 'ਚ ਰਿਟ ਫਾਈਲ ਕੀਤੀ ਸੀਗੀ 2020 'ਚ ਕੀਤੀ, ਜਦ ਵੀ ਬਹੁਤ ਲੜਾਈ ਲੜੀ ਹੈ ਔਰ ਨਜਾਇਜ਼ ਮਾਈਨਿੰਗ ਦਾ ਸੀਬੀਆਈ ਇਨਕੁਆਇਰੀ ਵੀ ਹੋਈ ਹੈ, ਉਹ ਕਿਸੇ ਪਹਿਲੂ ਤੇ ਆ ਕੇ ਬੰਦ ਹੋ ਗਈ ਹੈ, ਪਰ ਸੀਬੀਆਈ ਇਨਕੁਆਇਰੀ ਉਹ ਬਿਲकुल ਕਲੀਅਰ ਹੋ ਕੇ ਉਹ ਅੱਜ ਬੰਦ ਲਿਫਾਫੇ 'ਚ ਪਈ ਹੈ। ਲੇਕਿਨ ਅਗਰ ਸਰਕਾਰ ਚਾਹੇ ਤਾਂ ਉਹ ਸੀਬੀਆਈ ਇਨਕੁਆਇਰੀ ਖੁੱਲ੍ਹ ਸਕਦੀ ਹੈ ਦੁਬਾਰਾ, ਪਰ ਸਰਕਾਰਾਂ ਇਹ ਨਹੀਂ ਚਾਹਣਗੀਆਂ। ਨਜਾਇਜ਼ ਮਾਈਨਿੰਗ ਤੋਂ ਲੈ ਕੇ ਇਹ ਲੜਾਈ ਹੈ ਜੀ ਕਿ ਜਿਸ ਤਰ੍ਹਾਂ ਇਲੈਕਸ਼ਨਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਪੰਜਾਬ ਦੇ ਵਿੱਚ ਨਜਾਇਜ਼ ਮਾਈਨਿੰਗ ਦੀ ਲੁੱਟ ਕਰ ਰਹੀ ਸੀ, ਅੱਜ ਆਮ ਆਦਮੀ ਪਾਰਟੀ ਵੀ ਉਸੇ ਰਸਤੇ 'ਤੇ ਚੱਲ ਕੇ ਉਹਨਾਂ ਠੇਕੇਦਾਰਾਂ ਨੂੰ ਦੁਬਾਰਾ ਕੰਟਰੈਕਟ ਦੇ ਕੇ ਫਿਰ ਲੁੱਟ ਦੇ ਰਸਤੇ 'ਤੇ ਤੁਰ ਪਈ ਹੈ। ਤੇ ਇਸ ਮਾਮਲੇ 'ਚ ਤੁਸੀਂ ਫਿਰ ਕੀ ਕੀਤਾ, ਕਿੱਥੇ ਗਏ ਹੋ? ਇਸ ਮਾਮਲੇ ਦੇ ਵਿੱਚ ਅਸੀਂ ਦੁਬਾਰਾ ਹਾਈ ਕੋਰਟ ਅਰਜੀ ਲਾਈ ਹੈ, ਦੁਬਾਰਾ ਫਿਰ ਹਾਈ ਕੋਰਟ ਇਹਨਾਂ ਦੇ ਖਿਲਾਫ ਰਿਟ ਪਟੀਸ਼ਨ ਦੇ ਵਿੱਚ ਵਾਧਾ ਕਰਾਂਗੇ ਕਿ ਜਿਸ ਹਿਸਾਬ ਦੇ ਨਾਲ ਪਹਿਲਾਂ ਕਾਂਗਰਸ ਸਰਕਾਰ ਨੇ ਲੁੱਟ ਮਚਾਈ ਸੀਗੀ ਉਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਨੇ ਲੁੱਟ ਮਚਾਤੀ ਹੈ ਔਰ ਅਸੀਂ ਪਹਿਲਾਂ ਐਪਲੀਕੇਸ਼ਨ ਲਾਤੀ ਹੈ ਔਰ ਜਲਦੀ ਹੀ ਇਹਦੇ ਪਰ ਹੋਰ ਕਾਰਵਾਈ ਕਰਨ ਲਈ ਵੀ ਤਿਆਰ ਹੈ। ਕਿਹੜੇ ਤੱਥਾਂ ਨੂੰ ਲੈ ਕੇ ਤੁਸੀਂ ਗਏ ਹੋ ਹਾਈ ਕੋਰਟ ਕੇ ਆਮ ਆਦਮੀ ਪਾਰਟੀ ਜਿਹੜੀ ਉਸੇ ਰਾਹ ਤੇ ਚੱਲ ਪਈ? ਕਿਹੜੇ ਸਬੂਤ ਹੈ, ਕਿਹੜੇ ਤੱਥ ਪੇਸ਼ ਕਰੋਗੇ ਕਿ ਉੱਥੇ ਐਵੀਡੈਂਸ ਜਿਹੜੇ ਹੈਗੇ ਨੇ ਪੈਣੇ? ਵੀਰ ਜੀ ਐਵੀਡੈਂਸ ਤਾਂ ਅਸੀਂ ਪਹਿਲਾਂ ਹੀ ਦਿੱਤੇ ਹੋਏ ਆ ਕਿ ਪੰਜਾਬ ਦੇ ਵਿੱਚ ਮਾਈਨਿੰਗ ਦੀ ਬਹੁਤ ਵੱਡੀ ਲੁੱਟ ਹੋ ਰਹੀ ਹੈ ਕਿ ਇਹਦਾ ਜੱਗ ਜ਼ਾਹਰ ਹੈ ਜੀ, ਮੈਨੂੰ ਦੱਸਣ ਦੀ ਤਾਂ ਲੋੜ ਨਹੀਂ ਹੈਗੀ ਕਿਉਂਕਿ ਜਦੋਂ ਪਹਿਲਾਂ ਲੁੱਟ ਹੋ ਰਹੀ ਸੀਗੀ ਕਾਂਗਰਸ ਵੇਲੇ ਦੇ ਟਾਈਮ, ਉਸ ਟਾਈਮ ਇੱਥੇ ਦੇ ਸਾਡੇ ਜੱਜ ਸਾਹਿਬ ਨੇ ਰਿਪੋਰਟ ਬਣਾ ਕੇ ਭੇਜੀ ਸੀਗੀ ਕਿ ਬਹੁਤ ਵੱਡੀ ਪੰਜਾਬ ਦੇ ਵਿੱਚ ਲੁੱਟ ਹੋ ਰਹੀ ਹੈ। ਹੁਣ ਜਿਹੜੇ ਇਹਨਾਂ ਦੇ ਰੋਜ਼ ਬਿਆਨ ਆਉਂਦੇ ਆ ਟੀਵੀਆਂ ਤੇ, ਰੋਜ਼ ਇਹਨਾਂ ਦੇ ਟੀਵੀਆਂ ਤੇ ਦੱਸ ਰਿਹਾ ਹੈ ਕਿ ਅਸੀਂ ਮਾਈਨਿੰਗ ਨੂੰ ਇਸ ਸਿਸਟਮ ਦੇ ਨਾਲ ਚਲਾਵਾਂਗੇ, ਇਸ ਸਿਸਟਮ ਨਾਲ ਚਲਾਵਾਂਗੇ। ਉਸ ਦੇ ਹਿਸਾਬ ਦੇ ਨਾਲ ਜਦੋਂ ਇਹਨਾਂ ਨੇ ਦੁਬਾਰਾ ਮਾਈਨਿੰਗ ਚਾਲੂ ਕੀਤੀ ਹੈ ਤਾਂ ਉਸ ਇਲਾਕੇ ਦੇ ਪੰਚ ਸਰਪੰਚ, ਉਸ ਇਲਾਕੇ ਦੇ ਲੋਕ ਦੁਬਾਰਾ ਆਮ ਆਦਮੀ ਪਾਰਟੀ ਦੇ ਖਿਲਾਫ ਐਜੀਟੇਸ਼ਨ ਕਰਨ ਲੱਗੇ ਕਿ ਤੁਸੀਂ ਵੀ ਰਵਾਇਤੀ ਪਾਰਟੀਆਂ ਜਿਵੇਂ ਲੁੱਟ ਮਚਾਉਂਦੀਆਂ ਸੀਗੀਆਂ ਤੁਸੀਂ ਵੀ ਦੁਬਾਰਾ ਉਸੇ ਤਰ੍ਹਾਂ ਲੁੱਟ ਮਚਾਤੀ। ਡੀਸਿਲਟਿੰਗ ਨੂੰ ਕਿਵੇਂ ਦੇਖਦੇ ਹੋ? ਡੀਸਿਲਟਿੰਗ ਜਿਹੜੀ ਹੋ ਰਹੀ ਹੈ ਉਹ ਜਾਇਜ਼ ਜਾਂ ਨਜਾਇਜ਼ ਹੈ? ਕਿਸ ਤਰ੍ਹਾਂ ਦੇ ਰੂਲ ਨਿਯਮ ਕੀ ਹੈਗੇ? ਡੀਸਿਲਟਿੰਗ ਤਾਂ ਵੀਰ ਜੀ ਆਇਆ ਕਿ ਡੀਸਿਲਟਿੰਗ ਤਾਂ ਕਦੇ ਵੀ ਕਰਕੇ ਜਿਹੜੀ ਡੀਸਿਲਟਿੰਗ ਹੁੰਦੀ ਆ ਉਹ ਪਾਣੀ ਦਾ ਰਸਤਾ ਕਲੀਅਰ ਕਰਨਾ ਹੁੰਦਾ ਹੈ ਕਿ ਇਲਾਕੇ ਨੂੰ ਮਾਰ ਨਾ ਪਵੇ। ਜਿਹੜਾ ਬਰਸਾਤ ਦਾ ਪਾਣੀ ਆਉਂਦਾ ਉਹ ਨਦੀ ਦੇ ਵਿੱਚ ਸਿੱਧਾ ਨਿਕਲ ਕੇ ਅੱਗੇ ਚਲੇ ਜਾਵੇ, ਲੇਕਿਨ ਅਗਰ ਡੀਸਿਲਟਿੰਗ ਉੱਥੋਂ ਕਰਕੇ ਉਹਨਾਂ ਦੇ ਆਲੇ ਦੁਆਲੇ ਪਿੰਡਾਂ ਨੂੰ ਬਚਾਉਣ ਵਾਸਤੇ ਉੱਥੇ ਦਾ ਜਿਹੜਾ ਮਟੀਰੀਅਲ ਨਿਕਲਦਾ, ਚਾਹੇ ਉਹ ਸੈਂਡ ਹੈ, ਚਾਹੇ ਮਿੱਟੀ ਹੈ, ਚਾਹੇ ਕੋਈ ਵੀ ਹੈ, ਗ੍ਰੈਵਲ ਹੈ, ਉਹਨਾਂ ਬੰਨਿਆਂ ਦੇ ਉੱਪਰ ਲਾਇਆ ਜਾਵੇ। ਲੇਕਿਨ ਇਹ ਚੀਜ਼ ਨਾ ਕਰਦੇ ਹੋਏ ਸਰਕਾਰਾਂ ਕੀ ਕਰਦੀਆਂ ਨੇ ਕਿ ਸਿੱਧੇ ਤੌਰ ਤੇ ਮਟੀਰੀਅਲ ਉਹ ਬਾਹਰ ਦੀ ਬਾਹਰ ਸੇਲ ਕਰ ਰਹੀਆਂ ਔਰ ਉਹਦਾ ਕਰੋੜਾਂ ਰੁਪਈਆ ਨਜਾਇਜ਼ ਕਮਾ ਕੇ ਆਪਣੀ ਜੇਬਾਂ 'ਚ ਪਾ ਰਹੇ ਆ। ਤੇ ਹੁਣ ਜਿਹੜੀ ਕਿਵੇਂ ਦੇਖਦੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਤਰ੍ਹਾਂ ਕਹਿੰਦੀ ਸੀ ਕਿ ਚੋਣਾਂ ਤੋਂ ਪਹਿਲਾਂ ਕਾਰਪੋਰੇਸ਼ਨ ਦੀ ਗੱਲ ਕੀਤੀ ਸੀ, ਰੋਕਾਂਗੇ ਨਜਾਇਜ਼ ਮਾਈਨਿੰਗ, ਕਿਵੇਂ ਦੇਖਦੇ ਹੋ ਕਿ ਉਹਦੇ 'ਚ ਕਿੰਨਾ ਕੁ ਸਫਲ ਹੋ ਪਾਈ ਹੁਣ ਤੱਕ? ਇਹ ਜੀ 1 ਮਹੀਨੇ ਤੋਂ ਉੱਪਰ ਹੋ ਗਿਆ ਸਰਕਾਰ ਬਣੀ ਨੂੰ। ਅਗਰ ਕਾਰਪੋਰੇਸ਼ਨ ਬਣਾਉਣੀ ਹੋਵੇ ਤਾਂ ਕਾਰਪੋਰੇਸ਼ਨ ਤਾਂ 10 ਦਿਨ ਦੇ ਵਿੱਚ ਬਣ ਜਾਂਦੀ ਹੈ, ਕੋਈ ਵੱਡੀ ਗੱਲ ਨਹੀਂ ਹੈਗੀ, ਲੇਕਿਨ ਇਹਨਾਂ ਨੇ ਉਸ ਵੱਲ ਨੂੰ ਧਿਆਨ ਨਹੀਂ ਦਿੱਤਾ। ਜੇ ਅੱਜ ਇਹਨਾਂ ਨੇ ਇੰਨੀਆਂ ਵੋਟਾਂ, ਇੰਨੇ ਵੱਡੇ ਲੀਡ ਇੱਕ ਮਾਈਨਿੰਗ ਦੀ ਇसी चीज़ ते लती है कि असी माइनिंग की लुट नूं रोक के उसदे उपर कारपोरेशन बनावांगे, लेकिन जितण तो बाद इन्हां ने सीधा ही लोकां नूं कह दिता है कि असी 1 साल जिवें पहलां सरकारां चलांदियां सी उस तरह ही चलावांगे। अगर ये कारपोरेशन बना के चलाणगे तां जिहड़ी एड्डी बड़ी लुट है, एड्डा बड़ा लुकिया होया
ਖਜ਼ਾਨਾ ਹੈ ਉਹ ਇਹਨਾਂ ਦੀ ਜੇਬਾਂ 'ਚ ਕਿਵੇਂ ਜਾਏਗਾ। ਉਹ ਇਹਨਾਂ ਦੀ ਅਗਰ ਇਹ ਜੱਗ ਜ਼ਾਹਰ ਕਰ ਦੇਣਗੇ, ਕਾਰਪੋਰੇਸ਼ਨ ਬਣਾਏਗੇ ਤਾਂ ਜੇਬਾਂ ਜਾਣ ਤੋਂ ਬਚ ਜਾਏਗਾ। ਇਸ ਕਰਕੇ ਇਹਨਾਂ ਨੇ ਉਧਰ ਨੂੰ ਧਿਆਨ ਨਹੀਂ ਦਿੱਤਾ ਹੈਗਾ, ਨਾ ਉਧਰ ਨੂੰ ਧਿਆਨ ਦੇਣਗੇ। ਇਹਨਾਂ ਨੇ ਤਾਂ ਹੁਣ ਕਲੀਅਰ ਹੀ ਕਰ ਦਿੱਤਾ ਕਿ 1 ਸਾਲ ਉਸੇ ਤਰ੍ਹਾਂ ਚਲਾਵਾਂਗੇ ਜਿਸ ਤਰ੍ਹਾਂ ਪਹਿਲਾਂ ਸਰਕਾਰ ਕਾਂਗਰਸ ਚਲਾਉਂਦੀ ਸੀ। ਮਾਈਨਿੰਗ ਸਾਈਟਾਂ ਦੇ ਉੱਤੇ ਕੰਡਿਆਂ ਨੂੰ ਲੈ ਕੇ ਜਾਂ ਓਵਰਲੋਡਿੰਗ ਨੂੰ ਲੈ ਕੇ ਜਾਂ ਵੇਟ ਨੂੰ ਲੈ ਕੇ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਹੇਰਾਫੇਰੀ ਹੁੰਦੀ, ਕਿਸ ਤਰ੍ਹਾਂ ਲੁੱਟ ਹੁੰਦੀ ਹੈ? ਵੀਰ ਜੀ ਉੱਥੇ ਜਿਹੜੇ ਕੰਡੇ ਲਾਏ ਹੋਏ ਆ, ਕੰਡੇ ਤਾਂ ਬਹੁਤ ਛੋਟੇ ਲਾਏ ਹੋਏ ਆ, ਜਿਹੜੇ ਕਿ 21 ਗੱਡੀ ਦਾ ਇੱਕ ਟਾਇਰ ਚੜ੍ਹਦਾ ਹੋਵੇ। ਉਸ ਜਗ੍ਹਾ ਜਿਹੜੇ ਨਾਪ ਤੋਲ ਹੁੰਦੇ ਆ, ਮੇਰੇ ਕੋਲ ਸਾਰਾ ਕੁਝ ਰਿਕਾਰਡ ਪਿਆ ਜੀ, ਔਨ ਰਿਕਾਰਡ ਹੈ ਕਿ ਗੱਡੀ ਦੇ ਉੱਪਰ ਇੱਕ ਗੱਡੀ 60 ਟਨ ਲੈ ਕੇ ਜਾਂਦੀ ਆ, ਲੇਕਿਨ ਇੱਕੇ ਗੱਡੀ ਦੇ 10-10 ਵਾਰ ਬਿੱਲ ਕੱਟ ਕੇ 2-2 4-4 ਟਨ ਦੇ ਬਿੱਲ ਕੱਟੇ ਹੋਏ ਆ। ਉसी ਗੱਡੀ ਨੂੰ ਦਰਸਾਇਆ ਗਿਆ ਹੈ ਕਿ ਇਹ ਗੱਡੀ 4 ਵਾਰ ਮਾਲ ਲੈ ਗਈ ਹੈ, 5 ਵਾਰ ਮਾਲ ਲੈ ਗਈ ਹੈ, ਲੇਕਿਨ ਉਹ ਸਾਰਾ ਫੇਕ ਹੈ। ਉਹ ਮੇਰੇ ਕੋਲ ਪੂਰਾ ਰਿਕਾਰਡ ਪਿਆ ਹੈ, ਉਹ ਮੈਂ ਤੁਹਾਨੂੰ ਦਿਖਾਉਣ ਨੂੰ ਵੀ ਤਿਆਰ ਹਾਂ। ਲੇਕਿਨ ਕੁਆਂਟੀਟੀ ਘੱਟ ਦੱਸਦੇ ਆ, ਭਰ ਜ਼ਿਆਦਾ ਹੁੰਦਾ ਹੈ, ਔਰ ਕੰਡੇ ਦੇ ਉੱਪਰ ਕੁਆਂਟੀਟੀ ਮੈਂਸ਼ਨ ਨਹੀਂ ਹੁੰਦੀ। ਜਿੰਨੀ ਮੈਂਸ਼ਨ ਹੋਗੀ ਉਹੀ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਹੋਊਗਾ, ਜਿਹੜਾ ਉੱਪਰਲਾ ਹੈ ਉਹ ਸਾਰਾ ਇਹਨਾਂ ਦੀ ਜੇਬਾਂ 'ਚ ਜਾਏਗਾ। ਗੁਜਰਾਤ ਚੋਣ ਪ੍ਰਚਾਰ ਅਤੇ ਹਿਮਾਚਲ ਚੋਣ ਪ੍ਰਚਾਰ 'ਚ ਕੇਜਰੀਵਾਲ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ 10-20 ਦਿਨਾਂ ਦੇ ਵਿੱਚ ਪੰਜਾਬ 'ਚ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ। ਕਿਵੇਂ ਦੇਖਦੇ ਇਸ ਮੁੱਦੇ ਤੇ? ਭ੍ਰਿਸ਼ਟਾਚਾਰ ਤਾਂ ਖਤਮ ਹੋਏਗਾ ਜੀ ਜੇ ਤੁਸੀਂ ਜਿਹੜੇ ਵਾਅਦੇ ਕੀਤੇ ਸੀਗੇ ਉਹਦੇ ਪਰ ਤੁਸੀਂ ਗੌਰ ਕੀਤੀ ਹੋਵੇ। ਜਿਵੇਂ ਕਾਰਪੋਰੇਸ਼ਨ ਦੀ ਹੋ ਗਈ, ਸ਼ਰਾਬ ਦੇ ਕਾਰਪੋਰੇਸ਼ਨ ਦੀ ਹੋ ਗਈ ਜੀ, ਜੇ ਉਹਦੇ ਪਰ ਤੁਸੀਂ ਗੌਰ ਕੀਤੀ ਹੋਗੀ ਫੇਰ ਹੀ ਤੁਸੀਂ ਕਹਿ ਸਕਦੇ ਅਸੀਂ ਭ੍ਰਿਸ਼ਟਾਚਾਰ ਖਤਮ ਕਰਤਾ। ਭ੍ਰਿਸ਼ਟਾਚਾਰ ਤੇ ਤੁਸੀਂ ਫਿਰ ਉसी ਲਾਈਨ ਪਰ ਚੱਲ ਗਏ ਕਿ ਜਿਵੇਂ ਕਾਂਗਰਸ ਕਰਦੀ ਸੀ ਅਸੀਂ ਵੀ ਉसी ਤਰ੍ਹਾਂ ਕਰਨਾ ਹੈ, ਤਾਂ ਭ੍ਰਿਸ਼ਟਾਚਾਰ ਮੁਕਤ ਕਿਵੇਂ ਹੋ ਗਿਆ ਪੰਜਾਬ? ਅਸੀਂ ਨਹੀਂ ਮੰਨਦੇ ਕਿ ਸਰਕਾਰ ਕਿ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋ ਗਿਆ ਹੈ, ਕਿਉਂਕਿ ਜੇ ਤੁਸੀਂ ਉसी ਲੀਹ ਪਰ ਚੱਲਣਾ ਤਾਂ ਕਰਪਸ਼ਨ ਹੋਣੀ ਆ, ਮੰਤਰੀਆਂ ਦੇ ਪ੍ਰਸ਼ਾਸਨ ਦੀ ਜੇਬ ਵਿੱਚ ਪੈਸੇ ਜਾਣੇ ਆ। ਪੰਜਾਬ 'ਚ ਜਿਹੜੀ ਹੈਗੀ ਹੈ ਨਜਾਇਜ਼ ਮਾਈਨਿੰਗ ਕਿਵੇਂ ਬੰਦ ਹੋ ਸਕਦੀ ਹੈ? ਕਿਵੇਂ ਸਰਕਾਰ ਦਾ ਫਿਰ ਖਜ਼ਾਨਾ ਭਰ ਸਕਦਾ? ਕੀ ਕਿਉਂ ਨਹੀਂ? ਪੰਜਾਬ ਦਾ ਜਦ ਤੱਕ ਕਾਰਪੋਰੇਸ਼ਨ ਪੰਜਾਬ 'ਚ ਨਹੀਂ ਬਣਦੀ, ਸਿੱਧੇ ਤੌਰ ਤੇ ਕਾਰਪੋਰੇਸ਼ਨ ਬਣ ਕੇ ਖਜ਼ਾਨੇ 'ਚ ਪੈਸਾ ਨਹੀਂ ਜਾਂਦਾ, ਸਰਕਾਰੀ ਤੌਰ ਤੇ ਨਹੀਂ ਚੱਲਦੀ ਮਾਈਨਿੰਗ, ਜਦ ਤੱਕ ਪੰਜਾਬ ਦੇ ਖਜ਼ਾਨੇ 'ਚ ਨਹੀਂ ਜਾਏਗਾ ਪੈਸਾ, ਜਦ ਤੱਕ ਵਿਚੋਲਾ ਨਹੀਂ ਖਤਮ ਹੁੰਦਾ, ਜਦ ਤੱਕ ਪੰਜਾਬ ਦਾ ਪੈਸਾ ਖਜ਼ਾਨੇ 'ਚ ਨਹੀਂ ਜਾ ਸਕਦਾ। ਜਿਸ ਦਿਨ ਵਿਚੋਲੇ ਦਾ ਨਾਸ ਹੋ ਗਿਆ, ਵਿੱਚ ਵਾਲਾ ਠੇਕੇਦਾਰ ਵਿਚੋਲਾ ਹੁੰਦਾ, ਠੇਕੇਦਾਰ ਮਰ ਗਿਆ, ਵਿਚੋਲੇ ਨੂੰ ਮਾਰ ਦਿੱਤਾ, ਉਸ ਦਿਨ ਖਜ਼ਾਨੇ 'ਚ ਸਿੱਧਾ ਪੈਸਾ ਜਾਏਗਾ। ਜਦ ਤੱਕ ਵਿਚੋਲਾ ਨਹੀਂ ਮਰਦਾ, ਜਦ ਤੱਕ ਮੰਤਰੀਆਂ ਦੀ ਜੇਬ 'ਚ, ਪ੍ਰਸ਼ਾਸਨ ਦੀ ਜੇਬ 'ਚ, ਠੇਕੇਦਾਰਾਂ ਦੀ ਜੇਬ 'ਚ ਪੈਸੇ ਜਾਣਗੇ।